वाल्मीकि महाराज के चरण कमल धर्मास श्रेष्ठ गुरु तुम जगत के तीन लोग के नाथ वाल्मीकि
महाराज की जय। जो बोले सो निरभੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ। ਸਭ ਤੋਂ ਪਹਿਲਾਂ ਆਪਾਂ ਉਸ ਪ੍ਰਭੂ ਪਰਮੇਸ਼ਰ ਨੂੰ ਨਮਸਕਾਰ ਕਰੀਏ, ਸਚਿਤ ਆਨੰਦ ਰੂਪ ਆਤਮਾ ਨੂੰ, ਜਿਸ ਵਿੱਚ ਇਹ ਸਭ ਜੀਵ ਪਾਸਦੇ ਹਨ ਤੇ ਲੀਨ ਹੁੰਦੇ ਹਨ ਤੇ ਸਥਿਤ ਹੁੰਦੇ ਹਨ, ਤੇ ਜਿਸ ਤੋਂ ਗਿਆਤਾ ਗਿਆਨ ਤੇ ਗਿਆਮ, ਦ੍ਰਿਸ਼ਟਾ ਦਰਸ਼ਨ ਤੇ ਦ੍ਰਿਸ਼ਯ, ਕਰਤਾ ਕਾਰਨ ਤੇ ਕਿਰਿਆ ਸਿੱਧ ਹੁੰਦੇ ਹਨ, ਤੇ ਜਿਸ ਆਨੰਦ ਦੇ ਕਾਰਨ ਕਰਕੇ ਸੰਪੂਰਨ ਵਿਸ਼ਵ ਆਨੰਦਵਾਨ ਹੈ, ਤੇ ਜਿਸ ਆਨੰਦ ਦਾ ਕਰਕੇ ਜੀਵ ਜਿਉਂਦੇ ਹਨ, ਉਸ ਆਨੰਦ ਰੂਪ ਆਤਮਾ ਨੂੰ ਨਮਸਕਾਰ ਹੈ। ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ। ਜੋ ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਫਿਰ ਅਸੀਂ ਭਗਵਾਨ ਵਾਲਮੀਕ ਮੰਦਰ ਬੈਡਫੋਰਡ ਤੋਂ ਆਪ ਦੇ ਸਾਹਮਣੇ ਭਗਵਾਨ ਵਾਲਮੀਕ ਜੀ ਦੀ ਪੁੱਤਰ ਬਾਣੀ ਸ਼੍ਰੀ ਯੋਗ ਵਿਸ਼ੇਸ਼ ਮਹਾਰਾਮਾਇਣ ਦਾ ਉਪਦੇਸ਼ ਲੈ ਕੇ ਆਪ ਦੇ ਸਾਹਮਣੇ ਰੂਬਰੂ ਹੋਏ ਹਾਂ। ਇਸ ਬਾਣੀ ਵਿੱਚ ਭਗਵਾਨ ਵਾਲਮੀਕ ਜੀ ਸਾਨੂੰ ਕੀ ਦੱਸਦੇ ਹਨ, ਉਹ ਆਪ ਦੇ ਨਾਲ ਕੁਝ ਵਿਚਾਰ ਸਾਂਝੇ ਕਰਨੇ ਹਨ। ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਸ ਵਿੱਚ ਮੇਰੇ ਖੱਬੇ ਪਾਸੇ ਬੀਬੀ ਨਿਰਮਲਾ ਸੌਂਤੇ ਜੀ ਹਿੱਸਾ ਪਾ ਰਹੇ ਹਨ, ਤੇ ਉਹਨਾਂ ਦੇ ਖੱਬੇ ਪਾਸੇ ਸਾਡੇ ਕਲਚਰਲ ਸੈਕਟਰੀ ਕਰਤਾਰ ਚੰਦ ਸੋਤਾ ਜੀ ਹਿੱਸਾ ਪਾਉਣਗੇ। ਔਰ ਮੈਂ ਉਹਨਾਂ ਦੇ ਨਾਲ ਵੀ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਪਾ ਰਿਹਾ ਹਾਂ। ਆਓ ਆਪਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ। ਔਰ ਅਸੀਂ ਕਾਂਸ਼ੀ ਟੀਵੀ ਦੇ ਬਹੁਤ ਹੀ ਧੰਨਵਾਦੀ ਹਾਂ ਕਿ ਉਹਨਾਂ ਦੇ ਮਾਧਿਅਮ ਰਾਹੀਂ ਅਸੀਂ ਭਗਵਾਨ ਵਾਲਮੀਕ ਜੀ ਦਾ ਜੋ ਪ੍ਰਚਾਰ ਹੈ ਉਸ ਨੂੰ ਸਾਰਿਆਂ ਦੇ ਸਾਹਮਣੇ ਪੇਸ਼ ਕਰ ਰਹੇ ਹਾਂ। ਹਾਂਜੀ ਨਿਰਮਲਾ ਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਪਿਛਲੇ ਪ੍ਰੋਗਰਾਮ ਵਿੱਚ ਆਪਾਂ ਭਗਵਾਨ ਵਾਲਮੀਕ ਜੀ ਦੀ ਬਾਣੀ ਵਿੱਚੋਂ ਤ੍ਰਿਸ਼ਨਾ ਅਤੇ ਵਾਸ਼ਨਾ ਬਾਰੇ ਵਿਚਾਰ ਸਾਂਝੇ ਕੀਤੇ ਸਨ, ਜਿਸ ਵਿੱਚ ਸਾਨੂੰ ਭਗਵਾਨ ਵਾਲਮੀਕ ਜੀ ਨੇ ਉਪਦੇਸ਼ ਕੀਤਾ ਸੀ ਕਿ ਤ੍ਰਿਸ਼ਨਾ ਅਤੇ ਵਾਸ਼ਨਾ ਦੀ ਨਿਵ੍ਰਿਤੀ ਵਿਰਾਗ ਨਾਲ ਹੁੰਦੀ ਹੈ, ਹੋਰ ਕਿਸੇ ਉਪਾਅ ਨਾਲ ਨਹੀਂ ਹੁੰਦੀ। ਜਿਵੇਂ ਹਨੇਰੇ ਨੂੰ ਪ੍ਰਕਾਸ਼ ਨਾਸ਼ ਕਰਦਾ ਹੈ, ਹੋਰ ਕਿਸੇ ਉਪਾਅ ਨਾਲ ਹਨੇਰਾ ਦੂਰ ਨਹੀਂ ਹੁੰਦਾ, ਤਿਵੇਂ ਹੀ ਤ੍ਰਿਸ਼ਨਾ ਦਾ ਨਾਸ਼ ਹੋਰ ਕਿਸੇ ਢੰਗ ਨਾਲ ਨਹੀਂ ਹੁੰਦਾ। ਤ੍ਰਿਸ਼ਨਾ ਰੂਪੀ ਹਲ ਹਨ, ਗੁਣ ਰੂਪੀ ਧਰਤੀ ਨੂੰ ਪੁੱਟ ਸੁੱਟਦਾ ਹੈ। ਤ੍ਰਿਸ਼ਨਾ ਰੂਪੀ ਵੇਲ ਹੈ ਜੋ ਗੁਣ ਰੂਪੀ ਰਸ ਨੂੰ ਪੀਂਦੀ ਹੈ। ਤ੍ਰਿਸ਼ਨਾ ਧੂੜ ਹੈ ਜੋ ਅੰਤਸ਼ਕਰਨ ਰੂਪੀ ਜਲ ਵਿੱਚ ਪੈ ਕੇ ਉਸ ਨੂੰ ਮੈਲਾ ਕਰਦੀ ਹੈ। ਜਿਵੇਂ ਨਦੀ ਵਰਖਾ ਪੈਣ ਨਾਲ ਵੱਧਦੀ ਹੈ ਤੇ ਫਿਰ ਘਟ ਜਾਂਦੀ ਹੈ, ਤਦੋਂ ਖੁਸ਼ੀ ਨਾਲ ਤ੍ਰਿਸ਼ਨਾ, ਤਿਵੇਂ ਜਦੋਂ ਇਸ਼ਟ ਭੋਗ ਰੂਪੀ ਜਲ ਪ੍ਰਾਪਤ ਹੁੰਦਾ ਹੈ, ਤਦੋਂ ਖੁਸ਼ੀ ਨਾਲ ਤ੍ਰਿਸ਼ਨਾ ਵੱਧਦੀ ਹੈ। ਤਦੋਂ ਜਲ ਘਟ ਜਾਂਦਾ ਹੈ, ਤਦ ਸੁੱਕ ਕੇ ਖੀਣ ਹੋ ਜਾਂਦੀ ਹੈ। ਇਹ ਤ੍ਰਿਸ਼ਨਾ ਹੀ ਹੈ ਜੋ ਮਨੁੱਖ ਨੂੰ ਦੁਖੀ ਕਰਦੀ ਹੈ। ਜਿਵੇਂ ਸੁੱਕੇ ਹੋਏ ਘਾਹ ਦੇ ਤੀਲੇ ਨੂੰ ਹਵਾ ਉਡਾਉਂਦੀ ਰਹਿੰਦੀ ਹੈ, ਤਿਵੇਂ ਤ੍ਰਿਸ਼ਨਾ ਮਨੁੱਖ ਨੂੰ ਉਡਾਉਂਦੀ ਹੈ। ਇਸ ਲਈ ਮਨੁੱਖ ਨੂੰ ਉਹ ਉਪਾਅ ਕਰਨਾ ਚਾਹੀਦਾ ਹੈ ਜਿਸ ਨਾਲ ਤ੍ਰਿਸ਼ਨਾ ਦਾ ਨਾਸ਼ ਹੋਵੇ ਅਤੇ ਆਤਮ ਪਦ ਦੀ ਪ੍ਰਾਪਤੀ ਹੋਵੇ ਅਤੇ ਸਭ ਦੁੱਖ ਨਾਸ਼ ਹੋ ਜਾਣ ਤੇ ਆਨੰਦ ਦੀ ਪ੍ਰਾਪਤੀ ਹੋਵੇ। ਗੁਰੂ ਪਿਆਰੀ ਸਾਧ ਸੰਗਤ ਜੀ, ਭਗਵਾਨ ਵਾਲਮੀਕ ਜੀ ਦੀ ਬਾਣੀ ਵਿੱਚੋਂ ਅੱਜ ਆਪਾਂ ਸਰੀਰ ਨਾਲ ਸੰਬੰਧਿਤ ਵਿਸ਼ੇ ਉੱਪਰ ਵਿਚਾਰ ਕਰਾਂਗੇ। ਭਗਵਾਨ ਵਾਲਮੀਕ ਜੀ ਇਸ ਸਰੀਰ ਨੂੰ ਅਮੰਗਲ ਰੂਪੀ ਸਰੀਰ ਆਖਿਆ ਹੈ। ਇਸ ਤੋਂ ਅੱਗੇ ਤਰਸੇਮ ਕਲਿਆਣ ਜੀ, ਤੁਸੀਂ ਭਗਵਾਨ ਵਾਲਮੀਕ ਜੀ ਦੀ ਰਚਨਾ ਵਿੱਚੋਂ ਸਰੀਰ ਨਾਲ ਸੰਬੰਧਿਤ ਵਿਸ਼ੇ ਬਾਰੇ ਕੀ ਕਹਿਣਾ ਚਾਹੋਗੇ? ਹਾਂਜੀ ਗੁਰੂ ਪਿਆਰੇ ਸਾਧ ਸੰਗਤ ਜੀ,
ਭਗਵਾਨ ਵਾਲਮੀਕ ਜੀ ਸਾਨੂੰ ਉਪਦੇਸ਼ ਕਰਦੇ ਹਨ ਕਿ ਇਹ ਸਰੀਰ ਜੋ ਸੰਸਾਰ ਵਿੱਚ ਪੈਦਾ ਹੋਇਆ ਹੈ, ਇਹ ਬੜਾ ਅਭਾਗਾ, ਵਿਕਾਰਵਾਨ, ਮਾਸ ਨਿਜ ਨਾਲ ਪੂਰਨ ਤੇ ਅਪਵਿੱਤਰ ਹੈ ਔਰ ਇਸ ਤੋਂ ਕੋਈ ਕਾਰਜ ਸਿੱਧ ਨਹੀਂ ਹੁੰਦਾ। ਗੁਰੂ ਪਿਆਰੀ ਸਾਧ ਸੰਗਤ ਜੀ, ਭਗਵਾਨ ਵਾਲਮੀਕ ਜੀ ਉਪਦੇਸ਼ ਕਰਦੇ ਹਨ ਕਿ ਇਸ ਕਰਕੇ ਇਸ ਵਿਕਾਰ ਰੂਪ ਸਰੀਰ ਦੀ ਇੱਛਾ ਨਹੀਂ ਕਰਨੀ ਚਾਹੀਦੀ। ਇਹ ਸਰੀਰ ਨਾ ਜੜ ਹੈ ਨਾ ਚੇਤਨ ਹੈ। ਜਿਵੇਂ ਆਪਣੀ ਦੇਹ ਦੇ ਸੰਯੋਗ ਨਾਲ ਲੋਹਾ ਅਗਨੀ ਵਾਂਗੂ ਹੋ ਜਾਂਦਾ ਹੈ, ਉਹ ਸੜਦਾ ਵੀ ਹੈ ਪਰ ਆਪ ਨਹੀਂ ਸੜਦਾ, ਤਿਵੇਂ ਇਹ ਦੇਹ ਨਾ ਜੜ ਹੈ ਨਾ ਚੇਤਨ ਹੈ। ਜੜ ਇਸ ਕਰਕੇ ਨਹੀਂ ਕਿ ਕਾਰਜ ਇਸ ਤੋਂ ਹੁੰਦਾ ਹੈ, ਤੇ ਚੇਤਨ ਇਸ ਕਰਕੇ ਨਹੀਂ ਕਿ ਇਸ ਨੂੰ ਆਪਣੇ ਆਪ ਤੋਂ ਕੋਈ ਗਿਆਨ ਨਹੀਂ ਹੁੰਦਾ। ਇਸ ਲਈ ਇਹ ਮੱਧਮ ਭਾਵ ਵਿੱਚ ਹੈ, ਕਿਉਂਕਿ ਇਸ ਵਿੱਚ ਆਤਮਾ ਵਿਆਪ ਰਿਹਾ ਹੈ ਤੇ ਆਪ ਤੋਂ ਇਹ ਅਪੁੱਤਰ ਰੂਪ ਹੱਡੀ, ਮਾਸ, ਲਹੂ, ਮੂਤਰ, ਵਿਸ਼ਟਾ ਨਾਲ ਪੂਰਨ ਤੇ ਵਿਕਾਰਵਾਨ ਹੈ। ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ, ਐਸਾ ਸਰੀਰ ਦੁੱਖ ਦਾ ਸਥਾਨ ਹੈ ਤੇ ਇਸ਼ਟ ਦੇ ਮਿਲਣ ਨਾਲ ਖੁਸ਼ ਹੁੰਦਾ ਹੈ ਤੇ ਅਨਿਸ਼ਟ ਦੇ ਹੋਣ ਨਾਲ ਦੁਖੀ ਹੁੰਦਾ ਹੈ। ਇਸ ਲਈ ਭਗਵਾਨ ਵਾਲਮੀਕ ਜੀ ਸਾਨੂੰ ਉਪਦੇਸ਼ ਕਰਦੇ ਹਨ ਕਿ ਐਸੇ ਸਰੀਰ ਦੀ ਇੱਛਾ ਨਹੀਂ ਕਰਨੀ ਚਾਹੀਦੀ। ਇਹ ਅਗਿਆਨ ਤੋਂ ਉਪਜਦਾ ਹੈ। ਕਰਤਾਰ ਚੰਦ ਜੀ, ਭਗਵਾਨ ਵਾਲਮੀਕ ਜੀ ਦੀ ਬਾਣੀ ਅਨੁਸਾਰ ਇਹ ਜੋ ਅਮੰਗਲ ਰੂਪੀ ਸਰੀਰ ਵਿੱਚ ਉਵੇਂ ਉਪਜਦੀ ਹੈ, ਇਹ ਦੁੱਖ ਦਾ ਕਾਰਨ ਬਣਦੀ ਹੈ। ਇਸ ਬਾਰੇ ਭਗਵਾਨ ਵਾਲਮੀਕ ਜੀ ਦੀ ਬਾਣੀ ਵਿੱਚੋਂ ਹੋਰ ਕੀ ਕਹਿਣਾ ਚਾਹੋਗੇ? ਗੁਰੂ ਪਿਆਰੀ ਸਾਧ ਸੰਗਤ ਜੀ, ਭਗਵਾਨ ਵਾਲਮੀਕ ਜੀ ਸ਼੍ਰੀ ਯੋਗ ਸ਼ਿਸ਼ਟ ਦੇ ਵੈਰਾਗ ਪ੍ਰਕਰਣ ਦੇ 13ਵੇਂ ਅਧਿਆਇ ਵਿੱਚ ਲਿਖਦੇ ਹਨ, ਜਿਵੇਂ ਕੋਠੀ ਵਿੱਚ ਬੈਠਾ ਬਿੱਲਾ ਕਈ ਤਰ੍ਹਾਂ ਦੇ ਸ਼ਬਦ ਕਰਦਾ ਹੈ, ਤਿਵੇਂ ਹੀ ਹੰਕਾਰ ਰੂਪੀ ਬਿੱਲਾ ਸਾਡੇ ਸਰੀਰ ਵਿੱਚ ਟਿਕਿਆ ਹੋਇਆ ਹੈ ਅਤੇ ਮੈਂ ਕਰਦਾ ਹੈ। ਕਦੀ ਵੀ ਇਹ ਚੁੱਪ ਨਹੀਂ ਕਰਦਾ। ਜਿਵੇਂ ਜੋ ਕਿਸੇ ਦੇ ਨਿਮਿਤ ਸ਼ਬਦ ਹੋਵੇ ਉਹੀ ਸੁੰਦਰ ਹੁੰਦਾ ਹੈ, ਨਹੀਂ ਤਾਂ ਸ਼ਬਦ ਵਿਅਰਥ ਹੁੰਦਾ ਹੈ। ਭਗਵਾਨ ਵਾਲਮੀਕ ਜੀ ਇੱਕ ਹੋਰ ਉਦਾਹਰਣ ਦੇ ਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਜਿਵੇਂ ਢੋਲ ਦਾ ਸ਼ਬਦ ਫਤਿਹ ਲਈ ਸੁੰਦਰ ਹੁੰਦਾ ਹੈ, ਤਿਵੇਂ ਹੀ ਜੋ ਹੰਕਾਰ ਰਹਿਤ ਸ਼ਬਦ ਹੁੰਦਾ ਹੈ ਉਹੀ ਸ਼ੋਭਨੀਕ ਹੁੰਦਾ ਹੈ। ਇਸ ਤੋਂ ਬਿਨਾਂ ਹੋਰ ਕੁਝ ਵਿਅਰਥ ਹੁੰਦਾ ਹੈ। ਇਹ ਸਰੀਰ ਰੂਪੀ ਬੇੜੀ ਭੋਗ ਰੂਪੀ ਰੇਤਾ ਵਿੱਚ ਫਸੀ ਹੋਈ ਹੈ। ਇਸ ਦਾ ਪਾਰ ਹੋਣਾ ਕਠਿਨ ਹੈ। ਜਦੋਂ ਵੈਰਾਗ ਰੂਪੀ ਤੇਜ ਜਲ ਦਾ ਪ੍ਰਵਾਹ ਹੋਵੇ ਅਤੇ ਅਭਿਆਸ ਰੂਪੀ ਪਤਵਾਰ ਦਾ ਜ਼ੋਰ ਹੋਵੇ, ਤਦ ਸੰਸਾਰ ਤੇ ਪਾਰ ਰੂਪੀ ਕਿਨਾਰੇ ਤੇ ਪਹੁੰਚਦਾ ਹੈ। ਸਰੀਰ ਰੂਪੀ ਜੋ ਬੇੜਾ ਹੈ ਉਹ ਸੰਸਾਰ ਰੂਪੀ ਸਮੁੰਦਰ ਤੇ ਤ੍ਰਿਸ਼ਨਾ ਰੂਪੀ ਜਲ ਵਿੱਚ ਫਸਿਆ ਹੋਇਆ ਹੈ। ਇਸ ਦਾ ਪ੍ਰਵਾਹ ਬੜਾ ਤੇਜ਼ ਹੈ। ਭੋਗ ਰੂਪੀ ਇਸ ਵਿੱਚ ਮਗਰਮੱਛ ਹਨ ਜੋ ਇਸ ਸਰੀਰ ਰੂਪੀ ਬੇੜੇ ਨੂੰ ਪਾਰ ਨਹੀਂ ਲੱਗਣ ਦਿੰਦੇ। ਜਦੋਂ ਸਰੀਰ ਰੂਪੀ ਬੇੜੇ ਨੂੰ ਵੈਰਾਗ ਰੂਪੀ ਹਵਾ ਤੇ ਅਭਿਆਸ ਰੂਪੀ ਪਤਵਾਰ ਦਾ ਬਲ ਲੱਗਦਾ ਹੈ, ਤਦ ਹੀ ਇਹ ਸਰੀਰ ਰੂਪੀ ਬੇੜਾ ਪਾਰ ਹੁੰਦਾ ਹੈ। ਜਿਸ ਪੁਰਸ਼ ਨੇ ਐਸੇ ਬੇੜੇ ਦਾ ਪ੍ਰਬੰਧ ਕਰ ਲਿਆ ਹੈ, ਉਸਨੇ ਆਪਣੇ ਆਪ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਲਿਆ ਹੈ। ਉਹ ਸੁਖੀ ਹੋ ਗਿਆ ਹੈ। ਜਿਸ ਨੇ ਅਜਿਹੇ ਬੇੜੇ ਦਾ ਪ੍ਰਬੰਧ ਨਹੀਂ ਕੀਤਾ,
ਉਹ ਪਰਮ ਵਿਪਤਾ ਨੂੰ ਪ੍ਰਾਪਤ ਹੁੰਦਾ ਹੈ ਅਤੇ ਇਸ ਸੰਸਾਰ ਸਮੁੰਦਰ ਵਿੱਚ ਸਦਾ ਹੀ ਗੋਤੇ ਖਾਂਦਾ ਰਹਿੰਦਾ ਹੈ। ਕਲਿਆਣ ਜੀ, ਭਗਵਾਨ ਵਾਲਮੀਕ ਜੀ ਆਪਣੀ ਬਾਣੀ ਵਿੱਚ ਸਾਨੂੰ ਸਮਝਾਉਂਦੇ ਹਨ ਕਿ ਇਹ ਬੜੇ ਅਚਰਜ ਦੀ ਗੱਲ ਹੈ ਕਿ ਦੇਹ ਆਪਣਾ ਆਪ ਨਹੀਂ ਹੈ, ਪਰ ਮਨੁੱਖ ਆਪਣੀ ਮੂਰਖਤਾ ਕਰਕੇ ਆਪਣੇ ਆਪ ਨੂੰ ਦੇਹ ਮੰਨਦਾ ਹੈ ਅਤੇ ਤ੍ਰਿਸ਼ਨਾ ਰੂਪੀ ਛੇਕ ਕਰਕੇ ਦੁੱਖ ਪਾਉਂਦਾ ਹੈ। ਕੀ ਤੁਸੀਂ ਇਸ ਵਿਸ਼ੇ ਉੱਪਰ ਹੋਰ ਚਾਨਣਾ ਪਾ ਸਕਦੇ ਹੋ? ਹਾਂਜੀ, ਗੁਰੂ ਪਿਆਰੇ ਸਾਧ ਸੰਗਤ ਜੀ, ਭਗਵਾਨ ਵਾਲਮੀਕ ਜੀ ਸਾਨੂੰ ਬੜਾ ਹੀ ਸੋਹਣਾ ਉਪਦੇਸ਼ ਦਿੰਦੇ ਹਨ ਔਰ ਸਾਨੂੰ ਇਹ ਸਰੀਰ ਦੇ ਬਾਰੇ ਬਹੁਤ ਕੁਝ ਦੱਸਦੇ ਹਨ। ਉਦਾਹਰਣ ਦਿੰਦੇ ਹਨ ਕਿ ਸਰੀਰ ਰੂਪੀ ਬਿਰਸ਼ ਹੈ, ਉਸ ਵਿੱਚ ਬਾਹਾਂ ਰੂਪੀ ਸ਼ਾਖਾਂ ਹਨ। ਉਹਨਾਂ ਨਾਲ ਡਾਲੀਆਂ ਨਾਲ ਪੱਤੇ ਹਨ, ਪੱਟ ਥੰਮ ਹਨ। ਮਾਸ ਰੂਪੀ ਅੰਦਰ ਦੀ ਭੋਗ ਵਾਸਨਾ ਉਸ ਦੀ ਜੜ ਹੈ ਤੇ ਸੁਖ ਦੁੱਖ ਰੂਪੀ ਉਸ ਦੇ ਫਲ ਹੈ। ਤ੍ਰਿਸ਼ਨਾ ਰੂਪੀ ਗੁਣ ਹੈ ਜੋ ਸਰੀਰ ਰੂਪੀ ਬਿਰਸ਼ ਨੂੰ ਖਾਈ ਜਾਂਦਾ ਰਹਿੰਦਾ ਹੈ। ਜਦੋਂ ਇਸ ਸਰੀਰ ਰੂਪੀ ਬਿਰਸ਼ ਨੂੰ ਚਿੱਟੇ ਫੁੱਲ ਲੱਗਦੇ ਹਨ ਤਦ ਇਸ ਦੇ ਨਾਸ ਹੋਣ ਦਾ ਸਮਾਂ ਆ ਜਾਂਦਾ ਹੈ, ਅਰਥਾਤ ਇਹ ਮੌਤ ਦੇ ਨੇੜੇ ਜਾ ਪਹੁੰਚਦਾ ਹੈ। ਸਰੀਰ ਰੂਪੀ ਬਿਰਸ਼ ਇਹੋ ਜਿਹਾ ਹੈ ਕਿ ਭੁਜਾ ਰੂਪੀ ਇਸ ਦੀਆਂ ਸ਼ਾਖਾਂ ਹਨ, ਹੱਥ ਪੈਰ ਇਸ ਦੇ ਪੱਤੇ ਹਨ, ਟਖਣੇ ਇਸ ਦੇ ਗੁੱਛੇ ਹਨ, ਦੰਦ ਫੁੱਲ ਹਨ, ਪੱਟ ਥੰਮ ਹਨ ਤੇ ਕਰਮ ਜਾਲ ਨਾਲ ਇਹ ਵੱਧਦਾ ਜਾਂਦਾ ਹੈ। ਜਿਵੇਂ ਬਿਰਸ਼ ਵਿੱਚੋਂ ਜਲ ਨਿਕਲਦਾ ਹੈ ਤਿਵੇਂ ਜਲ ਸਰੀਰ ਵਿੱਚੋਂ ਨਿਕਲਦਾ ਰਹਿੰਦਾ ਹੈ ਤੇ ਇਸ ਵਿੱਚ ਤ੍ਰਿਸ਼ਨਾ ਰੂਪੀ ਵਿਉਂ ਨਾਲ ਭਰੀ ਸਰਪਣੀ ਰਹਿੰਦੀ। ਸਾਧ ਸੰਗਤ ਜੀ, ਭਗਵਾਨ ਵਾਲਮੀਕ ਜੀ ਸਾਨੂੰ ਸਮਝਾਉਂਦੇ ਹਨ ਕਿ ਜਿਹੜਾ ਮਨੁੱਖ ਕਾਮਨਾ ਲਈ ਇਸ ਬਿਰਸ਼ ਦਾ ਆਸਰਾ ਲੈਂਦਾ ਹੈ ਉਸ ਨੂੰ ਤ੍ਰਿਸ਼ਨਾ ਰੂਪੀ ਸਰਪਣੀ ਡਸਦੀ ਹੈ, ਉਸ ਦੇ ਜ਼ਹਿਰ ਨਾਲ ਉਹ ਮਨੁੱਖ ਮਰ ਜਾਂਦਾ ਹੈ। ਫਿਰ ਇਹੋ ਜਿਹੇ ਅਮੰਗਲ ਰੂਪੀ ਸਰੀਰ ਬਿਰਸ਼ ਦੀ ਇੱਛਾ ਬੇਕਾਰ ਹੈ, ਇਹ ਪਰਮ ਦੁੱਖ ਦਾ ਕਾਰਨ ਹੈ। ਜਦੋਂ ਇਹ ਪੁਰਸ਼ ਆਪਣੇ ਪਰਿਵਾਰ ਅਰਥਾਤ ਦੇਹ, ਇੰਦਰੀਆਂ, ਪ੍ਰਾਣ, ਮਨ, ਬੁੱਧੀ ਤੇ ਇਸ ਵਿੱਚ ਜੋ ਹੁਮੇ ਹੈ ਇਸ ਦਾ ਤਿਆਗ ਕਰਦਾ ਹੈ ਤਦੋਂ ਹੀ ਇਹ ਮੁਕਤ ਹੁੰਦਾ ਹੈ। ਇਸ ਤੋਂ ਬਿਨਾਂ ਮੁਕਤੀ ਨਹੀਂ ਮਿਲਦੀ। ਭਗਵਾਨ ਵਾਲਮੀਕ ਜੀ ਉਪਦੇਸ਼ ਕਰਦੇ ਹਨ ਕਿ ਜਿਹੜੇ ਸ੍ਰੇਸ਼ਟ ਪੁਰਸ਼ ਹਨ ਉਹ ਪਵਿੱਤਰ ਅਸਥਾਨਾਂ ਵਿੱਚ ਰਹਿੰਦੇ ਹਨ, ਉਹ ਅਪਵਿੱਤਰ ਸਥਾਨਾਂ ਵਿੱਚ ਨਹੀਂ ਰਹਿੰਦੇ। ਉਹ ਅਪਵਿੱਤਰ ਅਸਥਾਨ ਇਹ ਦੇਹ ਹੈ, ਇਸ ਵਿੱਚ ਰਹਿਣ ਵਾਲਾ ਵੀ ਅਪਵਿੱਤਰ ਹੈ। ਇਸ ਵਿੱਚ ਦੇਹ ਰੂਪੀ ਘਰ ਵਿੱਚ ਹੱਡੀ ਰੂਪੀ ਇੱਟਾਂ ਹਨ। ਇਸ ਵਿੱਚ ਲਹੂ, ਮੂਤਰ ਅਤੇ ਵਿਸ਼ਟਾ ਦਾ ਗਾਰਾ ਲੱਗਾ ਹੋਇਆ ਹੈ। ਹੰਕਾਰ ਰੂਪੀ ਇਸ ਵਿੱਚ ਚੰਡਾਲ ਰਹਿੰਦਾ ਹੈ ਅਤੇ ਤ੍ਰਿਸ਼ਨਾ ਰੂਪੀ ਇਸਤਰੀ ਇਸ ਦੀ ਇਸਤਰੀ ਹੈ। ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਇਸ ਦੇ ਪੁੱਤਰ ਹਨ। ਇਹ ਇਸ਼ਟਾ ਵਿਸ਼ਟਾ ਆਦਿ ਗੰਦਗੀ ਨਾਲ ਭਰਿਆ ਪਿਆ ਹੈ। ਇਹ ਸਰੀਰ ਰੂਪੀ ਵੱਡਾ ਗ੍ਰਹਿ ਹੈ। ਜਦੋਂ ਕੋਈ ਇਸ ਗ੍ਰਹਿ ਵਿੱਚ ਬੈਠਦਾ ਹੈ ਤਦੋਂ ਉਹ ਬੜਾ ਹੀ ਦੁੱਖ ਸਹਿੰਦਾ ਹੈ। ਜਿਹੜਾ ਮਨੁੱਖ ਇਸ ਵਿੱਚ ਹਉਮੈ ਕਰਦਾ ਹੈ, ਇੰਦਰੀਆਂ ਰੂਪੀ ਪਸ਼ੂ ਉਸ ਨੂੰ ਵਿਸ਼ੇ ਰੂਪੀ ਸਿੰਘਾਂ ਨਾਲ ਮਾਰਦੇ ਹਨ। ਤ੍ਰਿਸ਼ਨਾ ਰੂਪੀ ਧੂੜ ਉਸ ਨੂੰ ਸਦਾ ਹੀ ਮਲੀਨ ਕਰਦੀ ਰਹਿੰਦੀ ਹੈ। ਭਗਵਾਨ ਵਾਲਮੀਕ ਜੀ ਦੀ ਬਾਣੀ ਅਨੁਸਾਰ
ਕੀ ਮਨੁੱਖ ਨੂੰ ਅਜਿਹੇ ਸਰੀਰ ਨੂੰ ਅੰਗੀਕਾਰ ਕਰਨਾ ਚਾਹੀਦਾ ਹੈ ਜਾਂ ਨਹੀਂ? ਇਹ ਸਵਾਲ ਭਗਵਾਨ ਵਾਲਮੀਕ ਜੀ ਸਾਡੇ ਅੱਗੇ ਰੱਖਦੇ ਹਨ। ਕਰਤਾਰ ਚੰਦ ਜੀ, ਤੁਸੀਂ ਬਾਣੀ ਅਨੁਸਾਰ ਕੀ ਕਹਿਣਾ ਚਾਹੋਗੇ? ਗੁਰੂ ਪਿਆਰੀ ਸਾਧ ਸੰਗਤ ਜੀ, ਮਨੁੱਖ ਨੂੰ ਅਜਿਹੇ ਸਰੀਰ ਨੂੰ ਅੰਗੀਕਾਰ ਨਹੀਂ ਕਰਨਾ ਚਾਹੀਦਾ, ਕਿਉਂਕਿ ਭਗਵਾਨ ਵਾਲਮੀਕ ਜੀ ਦੀ ਰਚਨਾ ਵਿੱਚ ਭਗਵਾਨ ਵਾਲਮੀਕ ਜੀ ਨੇ ਇਸ ਸਰੀਰ ਬਾਰੇ ਬਹੁਤ ਕੁਝ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਭਗਵਾਨ ਵਾਲਮੀਕ ਜੀ ਲਿਖਦੇ ਹਨ ਕਿ ਅਜਿਹੇ ਸਰੀਰ ਨੂੰ ਅੰਗੀਕਾਰ ਨਹੀਂ ਕਰਨਾ ਚਾਹੀਦਾ ਜਿਸ ਵਿੱਚ ਸਦਾ ਹੀ ਕਲਹ ਕਲੇਸ਼ ਹੀ ਪਿਆ ਰਹਿੰਦਾ ਹੈ ਅਤੇ ਜਿਸ ਵਿੱਚ ਗਿਆਨ ਰੂਪੀ ਸੰਪਦਾ ਦਾ ਪ੍ਰਵੇਸ਼ ਨਹੀਂ ਹੁੰਦਾ। ਇਸ ਸਰੀਰ ਰੂਪੀ ਘਰ ਵਿੱਚ ਤ੍ਰਿਸ਼ਨਾ ਚੰਡੀ ਇਸਤਰੀ ਰਹਿੰਦੀ ਹੈ ਜੋ ਇੰਦਰੀ ਰੂਪੀ ਦੁਆਰ ਨਾਲ ਦੇਖਦੀ ਰਹਿੰਦੀ ਹੈ ਅਤੇ ਸਦਾ ਕਲਪਨਾ ਕਰਦੀ ਰਹਿੰਦੀ ਹੈ। ਉਸ ਵਿੱਚ ਸਮਦਮ ਆਦਿ ਰੂਪ ਦਾ ਪ੍ਰਵੇਸ਼ ਨਹੀਂ ਹੁੰਦਾ। ਉਸ ਘਰ ਵਿੱਚ ਇੱਕ ਨੀਂਦ ਸੇਜਾ ਵਿਛੀ ਰਹਿੰਦੀ ਹੈ ਜਿਸ ਉੱਪਰ ਸਰੀਰ ਵਿਸ਼ਰਾਮ ਕਰਦਾ ਹੈ ਅਤੇ ਕੁਝ ਸੁੱਖ ਪਾਉਂਦਾ ਹੈ। ਪਰ ਤ੍ਰਿਸ਼ਨਾ ਦਾ ਪਰਿਵਾਰ ਅਰਥਾਤ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਇਸ ਨੂੰ ਵਿਸ਼ਰਾਮ ਨਹੀਂ ਕਰਨ ਦਿੰਦੇ। ਇਸ ਲਈ ਭਗਵਾਨ ਵਾਲਮੀਕ ਜੀ ਸਾਨੂੰ ਉਪਦੇਸ਼ ਕਰਦੇ ਹਨ ਕਿ ਐਸੇ ਦੁੱਖ ਦੇ ਮੁੱਢ ਸਰੀਰ ਰੂਪੀ ਘਰ ਦੀ ਮਨੁੱਖ ਨੂੰ ਇੱਛਾ ਨਹੀਂ ਕਰਨੀ ਚਾਹੀਦੀ, ਇਸ ਦਾ ਤਿਆਗ ਕਰ ਦੇਣਾ ਚਾਹੀਦਾ ਹੈ। ਅਜਿਹਾ ਸਰੀਰ ਪਰਮ ਦੁੱਖ ਦੇਣ ਵਾਲਾ ਹੈ, ਉਸ ਨਾਲ ਸਦਾ ਬੱਝੇ ਰਹਿਣਾ ਮਨੁੱਖ ਦੀ ਮੂਰਖਤਾ ਹੈ। ਅਜਿਹੇ ਦੁਸ਼ਟ ਸਰੀਰ ਦੀ ਇੱਛਾ ਦਾ ਕੋਈ ਲਾਭ ਨਹੀਂ ਹੁੰਦਾ, ਉਲਟਾ ਇਸ ਦਾ ਨੁਕਸਾਨ ਹੁੰਦਾ ਹੈ। ਭਗਵਾਨ ਵਾਲਮੀਕ ਜੀ ਇਸ ਸਰੀਰ ਨੂੰ ਵਿਕਾਰਵਾਨ ਅਤੇ ਵਿਕਾਰਵਾਨ ਮੰਨਦੇ ਹਨ। ਇਹ ਵਿਕਾਰਾਂ ਨਾਲ ਭਰਿਆ ਹੋਇਆ ਹੈ। ਜੇਕਰ ਇਸ ਸਰੀਰ ਦਾ ਤਿਆਗ ਨੂੰ ਨਹੀਂ ਮੰਨਣਾ ਤਾਂ ਇਸ ਨੂੰ ਪਵਿੱਤਰ ਕਰਨਾ ਪਵੇਗਾ। ਪਵਿੱਤਰ ਕਰਨ ਲਈ ਉਸ ਨੂੰ ਗੁਰੂ ਅਤੇ ਗੁਰੂ ਦੀ ਬਾਣੀ ਦੇ ਨਾਲ ਜੁੜਨਾ ਪਵੇਗਾ। ਇਸ ਲਈ ਭਗਵਾਨ ਵਾਲਮੀਕ ਜੀ ਆਪਣੀ ਬਾਣੀ ਦੇ ਵਿੱਚ ਵਾਰ-ਵਾਰ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਇਹ ਜੋ ਅਪਵਿੱਤਰ ਸਰੀਰ ਹੈ ਇਸ ਨੂੰ ਪਵਿੱਤਰ ਕਰਨਾ ਪਵੇਗਾ। ਇਸ ਦੇ ਅੰਦਰੋਂ ਜਿੰਨੇ ਵੀ ਵਿਕਾਰ ਹਨ ਉਹ ਗੁਰੂ ਅਤੇ ਗੁਰੂ ਦੀ ਸਿੱਖਿਆ ਦੇ ਆਸਰੇ ਸਾਨੂੰ ਬਾਹਰ ਕੱਢਣੇ ਪੈਣਗੇ ਅਤੇ ਆਪਣੇ ਆਪ ਨੂੰ ਪਵਿੱਤਰ ਬਣਾਉਣਾ ਪਵੇਗਾ, ਤਾਂ ਹੀ ਅਸੀਂ ਗੁਰੂ ਦੇ ਸੱਚੇ ਮਾਰਗ 'ਤੇ ਚੱਲ ਸਕਦੇ ਹਾਂ। ਗੁਰੂ ਪਿਆਰੇ ਸਾਧ ਸੰਗਤ ਜੀ, ਅਸੀਂ ਹੁਣ ਬ੍ਰੇਕ ਵੱਲ ਜਾ ਰਹੇ ਹਾਂ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਆਪ ਦੇ ਸਾਹਮਣੇ ਅਸੀਂ ਰੂਬਰੂ ਹੋਵਾਂਗੇ ਔਰ ਅੱਗੇ ਜੋ ਭਗਵਾਨ ਵਾਲਮੀਕ ਜੀ ਸਾਨੂੰ ਇਹ ਸਰੀਰ ਦੇ ਬਾਰੇ ਉਪਦੇਸ਼ ਕਰਦੇ ਹਨ ਉਹ ਆਪ ਦੇ ਨਾਲ ਸਾਂਝਾ ਕਰਾਂਗੇ। ਜੋ ਬੋਲੇ ਸੋ ਨਿਰਭੈ, ਭਗਵਾਨ ਵਾਲਮੀਕ ਮਹਾਰਾਜ ਕੀ ਜੈ, ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। ਗੁਰੂ ਪਿਆਰੀ ਸਾਧ ਸੰਗਤ ਜੀ, ਬ੍ਰੇਕ ਤੋਂ ਬਾਅਦ ਆਪ ਦੇ ਸਾਹਮਣੇ ਅਸੀਂ ਇੱਕ ਵਾਰ ਫਿਰ ਤੋਂ ਰੂਬਰੂ ਹੋ ਰਹੇ ਹਾਂ। ਭਗਵਾਨ ਵਾਲਮੀਕ ਜੀ ਦੀ ਪੁੱਤਰ ਬਾਣੀ ਸ਼੍ਰੀ ਯੋਗ ਵਿਸ਼ੇਸ਼ ਮਹਾਰਾਮਾਇਣ ਦੇ ਜੋ ਭਗਵਾਨ ਵਾਲਮੀਕ ਜੀ ਨੇ ਸਾਨੂੰ ਇਹ ਸਰੀਰ ਦੇ ਬਾਰੇ ਉਪਦੇਸ਼ ਦਿੱਤਾ ਹੈ ਉਹ ਆਪ ਦੇ ਨਾਲ ਅਸੀਂ ਸਾਂਝਾ ਕਰ ਰਹੇ ਹਾਂ। ਮੈਂ ਬੀਬੀ ਨਿਰਮਲਾ ਜੀ ਨੂੰ ਅਰਜ਼ ਕਰਦਾ ਹਾਂ ਕਿ ਉਹ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲੇ। ਬੀਬੀ ਨਿਰਮਲਾ ਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸਰੀਰ ਰੂਪੀ ਬ੍ਰਿਸ਼ ਹੈ ਜਿਸ ਉੱਤੇ ਤ੍ਰਿਸ਼ਨਾ ਰੂਪੀ ਕੌਣੀ ਆ ਵਸਦੀ ਹੈ। ਜਿਵੇਂ ਕੌਣੀ ਭੈੜੇ ਪਦਾਰਥਾਂ ਨੂੰ ਭੱਜ ਕੇ ਪੈਂਦੀ ਹੈ, ਤਿਵੇਂ ਹੀ ਤ੍ਰਿਸ਼ਨਾ ਭੋਗ ਆਦਿ ਪਦਾਰਥਾਂ ਤੋਂ ਨੂੰ ਪੈਂਦੀ ਹੈ। ਤ੍ਰਿਸ਼ਨਾ ਬਾਂਦਰੀ ਵਾਂਗ ਸਰੀਰ ਰੂਪੀ ਬ੍ਰਿਸ਼ ਨੂੰ ਹਿਲਾਉਂਦੀ ਰਹਿੰਦੀ ਹੈ, ਟਿਕਾ ਵਿੱਚ ਨਹੀਂ ਰਹਿਣ ਦਿੰਦੀ। ਜਿਵੇਂ ਮਸਤ ਹਾਥੀ ਚਿੱਕੜ ਵਿੱਚ ਫਸ ਜਾਂਦਾ ਹੈ, ਨਿਕਲ ਨਹੀਂ ਸਕਦਾ ਤੇ ਦੁੱਖ ਪਾਉਂਦਾ ਹੈ, ਤਿਵੇਂ ਹੀ ਅਗਿਆਨ ਰੂਪੀ ਨਸ਼ੇ ਨਾਲ ਮਸਤਾਨਾ ਹੋਇਆ ਜੀਵ ਸਰੀਰ ਰੂਪੀ ਚਿੱਕੜ ਵਿੱਚ
ਫਸਿਆ ਹੋਇਆ ਹੈ। ਉਹ ਇਸ ਦਲਦਲ ਵਿੱਚੋਂ ਨਿਕਲ ਨਹੀਂ ਸਕਦਾ ਅਤੇ ਦੁੱਖ ਪਾਉਂਦਾ ਹੈ। ਐਸਾ ਦੁੱਖ ਦੇਣ ਵਾਲਾ ਸਰੀਰ ਜੋ ਸਰੀਰ ਹੈ ਕਿ ਮਨੁੱਖ ਨੂੰ ਐਸੇ ਸਰੀਰ ਨੂੰ ਅੰਗੀਕਾਰ ਕਰਨਾ ਚਾਹੀਦਾ ਹੈ ਜਾਂ ਨਹੀਂ। ਇਸ ਬਾਰੇ ਕਲਿਆਣ ਜੀ ਤੁਸੀਂ ਹੋਰ ਇਸ ਤੋਂ ਅੱਗੇ ਸੰਗਤ ਨਾਲ ਕੀ ਸਮਝਾ ਸਕਦੇ ਹੋ? ਗੁਰੂ ਪਿਆਰੀ ਸਾਧ ਸੰਗਤ ਜੀ, ਭਗਵਾਨ ਵਾਲਮੀਕ ਜੀ ਸਾਨੂੰ ਆਪਣੀ ਬਾਣੀ ਵਿੱਚ ਬੜੇ ਵਿਸਤਾਰ ਦੇ ਨਾਲ ਇਹ ਸਰੀਰ 'ਤੇ ਉਪਦੇਸ਼ ਕਰਦੇ ਹਨ ਔਰ ਸਾਨੂੰ ਦੱਸਦੇ ਹਨ ਕਿ ਇਹ ਸਰੀਰ ਹੱਡੀ, ਮਾਸ, ਲਹੂ ਅਤੇ ਚਮ ਨਾਲ ਭਰਿਆ ਹੋਇਆ ਹੈ। ਇਸ ਲਈ ਇਹ ਅਪਵਿੱਤਰ ਹੈ। ਜਿਵੇਂ ਹਾਥੀ ਦੇ ਕੰਨ ਸਦਾ ਹਿਲਦੇ ਹਨ, ਤਿਵੇਂ ਇਸ ਸਰੀਰ ਨੂੰ ਮੌਤ ਹਿਲਾਉਂਦੀ ਹੈ। ਕੁਝ ਸਮੇਂ ਦੀ ਦੇਰ ਹੈ, ਫਿਰ ਮੌਤ ਇਸ ਨੂੰ ਗਰਸ ਲਵੇਗੀ। ਇਸ ਲਈ ਇਸ ਸਰੀਰ ਨੂੰ ਅੰਗੀਕਾਰ ਕਰਨਾ ਠੀਕ ਨਹੀਂ ਹੈ। ਉਹ ਮਾਮੀ ਜੀ ਸਮਝਾਉਂਦੇ ਹਨ ਕਿ ਇਹ ਸਰੀਰ ਕਿਰਤਗਣ ਹੈ। ਭੋਗਾਂ ਨੂੰ ਭੋਗਦਾ ਹੋਇਆ ਇਹ ਬੜੇ ਐਸ਼ਵਰਯ ਨੂੰ ਪ੍ਰਾਪਤ ਕਰਦਾ ਹੈ, ਪਰ ਮੌਤ ਇਸ ਨਾਲ ਦੋਸਤੀ ਨਹੀਂ ਕਰਦੀ। ਜੀਵ ਇਸ ਨੂੰ ਇਕਲਾ ਛੱਡ ਕੇ ਪਰਲੋਕ ਨੂੰ ਚਲਾ ਜਾਂਦਾ ਹੈ। ਜੀਵ ਇਸ ਸਰੀਰ ਦੇ ਸੁੱਖ ਲਈ ਅਨੇਕਾਂ ਯਤਨ ਕਰਦਾ ਹੈ, ਪਰ ਇਸ ਨਾਲ ਸਦਾ ਨਹੀਂ ਰਹਿੰਦਾ। ਐਸੇ ਕਿਰਤਗਣ ਸਰੀਰ ਦਾ ਮਨ ਤੋਂ ਸਦਾ ਲਈ ਤਿਆਗ ਕਰ ਦੇਣਾ ਚਾਹੀਦਾ ਹੈ। ਹੋਰ ਅਸਚਰਜ ਗੱਲ ਵੇਖੋ ਕਿ ਜੀਵ ਉਸ ਦਾ ਭੋਗ ਕਰਦਾ ਹੈ, ਪਰ ਉਸ ਦੇ ਨਾਲ ਚੱਲਦਾ ਨਹੀਂ। ਜਿਵੇਂ ਧੂੜ ਉੱਡਣ ਨਾਲ ਰਸਤਾ ਦਿਖਾਈ ਨਹੀਂ ਦਿੰਦਾ, ਤਿਵੇਂ ਇਹ ਜੀਵ ਜਦੋਂ ਚੱਲਣ ਲੱਗਦਾ ਹੈ ਤਦ ਸਰੀਰ ਨਾਲ ਦੁਖੀ ਹੁੰਦਾ ਹੈ ਅਤੇ ਵਾਸ਼ਨਾ ਰੂਪੀ ਧੂੜ ਸਹਿਤ ਚੱਲਦਾ ਹੈ, ਪਰ ਦਿਸਦਾ ਨਹੀਂ ਕਿ ਕਿੱਥੇ ਗਿਆ ਹੈ। ਜਦੋਂ ਪ੍ਰਲੋਕ ਨੂੰ ਜਾਂਦਾ ਹੈ ਤਦ ਬੜਾ ਕਸ਼ਟ ਪਾਉਂਦਾ ਹੈ, ਕਿਉਂਕਿ ਸਰੀਰ ਨਾਲ ਇਸ ਨੇ ਸਪਰਸ਼ ਕੀਤਾ ਹੁੰਦਾ ਹੈ। ਜਿਵੇਂ ਜਲ ਦੀ ਬੂੰਦ ਪੱਤੇ ਉੱਪਰ ਛਿਣ ਮਾਤਰ ਹੀ ਰਹਿੰਦੀ ਹੈ, ਤਿਵੇਂ ਸਰੀਰ ਵੀ ਖਿਣ ਭੰਗਰ ਹੈ। ਐਸੇ ਸਰੀਰ ਵਿੱਚ ਆਸਥਾ ਕਰਨੀ ਮੂਰਖਤਾ ਹੈ। ਐਸੇ ਸਰੀਰ ਉੱਪਰ ਉਪਕਾਰ ਕਰਨਾ ਹੀ ਦੁੱਖ ਦਾ ਕਾਰਨ ਹੈ, ਸੁੱਖ ਦਾ ਕਾਰਨ ਨਹੀਂ। ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ ਕਿ ਧਨਵਾਨ ਇਸ ਸਰੀਰ ਨਾਲ ਬੜੇ ਭੋਗ ਭੋਗਦੇ ਹਨ ਅਤੇ ਗਰੀਬ ਥੋੜ੍ਹੇ ਭੋਗ ਭੋਗਦੇ ਹਨ, ਪਰ ਬਿਰਧ ਅਵਸਥਾ ਅਤੇ ਮੌਤ ਦੋਹਾਂ ਨੂੰ ਹੁੰਦੀ ਹੈ। ਇਸ ਵਿੱਚ ਕੋਈ ਫਰਕ ਨਹੀਂ ਪੈਂਦਾ। ਸਰੀਰ ਦਾ ਉਪਕਾਰ ਕਰਨਾ ਅਤੇ ਭੋਗ ਭੁਗਤਣਾ ਤ੍ਰਿਸ਼ਨਾ ਕਰਕੇ ਉਲਟਾ ਦੁੱਖ ਦਾ ਕਾਰਨ ਬਣ ਜਾਂਦਾ ਹੈ। ਭਗਵਾਨ ਵਾਲਮੀਕ ਜੀ ਬੜੀ ਹੀ ਸੋਹਣੀ ਉਦਾਹਰਨ ਦਿੰਦੇ ਹਨ ਕਿ ਜਿਵੇਂ ਕੋਈ ਸਰਪਣੀ ਨੂੰ ਘਰ ਵਿੱਚ ਰੱਖ ਕੇ ਦੁੱਧ ਪਿਲਾਵੇ, ਅੰਤ ਨੂੰ ਉਹ ਸਰਪਣੀ ਉਸ ਨੂੰ ਡੰਗ ਮਾਰ ਕੇ ਮਾਰ ਦੇਵੇਗੀ, ਤਿਵੇਂ ਜਿਸ ਜੀਵ ਨੇ ਤ੍ਰਿਸ਼ਨਾ ਰੂਪੀ ਸਰਪਣੀ ਨਾਲ ਦੋਸਤੀ ਕੀਤੀ ਹੈ, ਉਹ ਜੀਵ ਉਸ ਦੇ ਡੰਗ ਨਾਲ ਜ਼ਰੂਰ ਮਰੇਗਾ, ਕਿਉਂਕਿ ਨਾਸ਼ਵੰਤ ਹੈ। ਇਸ ਲਈ ਭੋਗਣ ਦਾ ਯਤਨ ਕਰਨਾ ਮੂਰਖਤਾ ਹੈ। ਜਿਵੇਂ ਹਵਾ ਦਾ ਵੇਗ ਆਉਂਦਾ ਜਾਂਦਾ ਹੈ, ਤਿਵੇਂ ਹੀ ਇਹ ਸਰੀਰ ਹੈ। ਇਸ ਨਾਲ ਪ੍ਰੀਤ ਕਰਨੀ ਮੂਰਖਤਾ ਹੈ, ਜੋ ਦੁੱਖ ਦਾ ਕਾਰਨ ਬਣਦੀ ਹੈ। ਜਿਵੇਂ ਕੋਈ ਵਿਰਲਾ ਹਿਰਨ ਮਾਰੂਥਲ ਦੀ ਆਸਥਾ ਤਿਆਗਦਾ ਹੈ ਤੇ ਹੋਰ ਸਾਰੇ ਭਰਮ ਦੇ ਫਿਰਦੇ ਹਨ, ਤਿਵੇਂ ਸਭ ਜੀਵ ਇਸ ਸਰੀਰ ਦੀ ਆਸਥਾ ਵਿੱਚ ਬੱਝੇ ਹੋਏ ਹਨ। ਇਸ ਦਾ ਤਿਆਗ ਕਿਸੇ ਵਿਰਲੇ ਨੇ ਹੀ ਕੀਤਾ ਹੈ। ਜੀ ਨਿਰਮਲ। ਭਗਵਾਨ ਵਾਲਮੀਕ ਜੀ ਆਪਣੀ ਬਾਣੀ ਵਿੱਚ ਲਿਖਦੇ ਹਨ ਕਿ ਜਦੋਂ ਬਿਜਲੀ ਅਤੇ ਦੀਵੇ ਦਾ ਪ੍ਰਕਾਸ਼ ਆਉਂਦਾ ਜਾਂਦਾ ਦਿਸਦਾ ਹੈ,
ਪਰ ਇਸ ਸਰੀਰ ਦਾ ਆਦਿ ਤੇ ਅੰਤ ਨਹੀਂ ਦਿਸਦਾ। ਇਹ ਕਿੱਥੋਂ ਆਉਂਦਾ ਹੈ ਤੇ ਕਿੱਥੇ ਜਾਂਦਾ ਹੈ। ਜਿਵੇਂ ਸਮੁੰਦਰ ਵਿੱਚੋਂ ਬੁਲਬੁਲੇ ਉਪਜਦੇ ਤੇ ਨਾਸ਼ ਹੋ ਜਾਂਦੇ ਹਨ, ਉਹਨਾਂ ਦੀ ਆਸਥਾ ਕਰਨ ਨਾਲ ਕੁਝ ਲਾਭ ਨਹੀਂ। ਤਿਵੇਂ ਹੀ ਇਹ ਜੋ ਸਰੀਰ ਹੈ, ਇਸ ਦਾ ਅਤਿਅੰਤ ਨਾਸ ਰੂਪ ਹੈ। ਇਹ ਕਦੇ ਵੀ ਸਥਿਰ ਨਹੀਂ ਠਹਿਰ ਰਹਿੰਦਾ। ਇਸ ਲਈ ਮਨੁੱਖ ਨੂੰ ਇਸ ਦੀ ਆਸਥਾ ਨਹੀਂ ਕਰਨੀ ਚਾਹੀਦੀ। ਇਸ ਸਰੀਰ ਦਾ ਅਭਿਮਾਨ ਤਿਆਗ ਦੇਣਾ ਚਾਹੀਦਾ ਹੈ। ਸਰੀਰ ਨੂੰ ਤਕੜਾ ਕਰਨਾ ਵੀ ਦੁੱਖ ਦਾ ਕਾਰਨ ਬਣਦਾ ਹੈ। ਇਹ ਸਰੀਰ ਕਿਸੇ ਅਰਥ ਨਹੀਂ ਆਉਂਦਾ। ਜਿਵੇਂ ਲੱਕੜੀ ਸਾੜਨ ਬਿਨਾ ਕਿਸੇ ਹੋਰ ਕੰਮ ਨਹੀਂ ਆਉਂਦੀ, ਤਿਵੇਂ ਇਹ ਸਰੀਰ ਵੀ ਜੜ ਅਤੇ ਗੁੰਗਾ ਸਾੜਨਯੋਗ ਹੈ। ਕਰਤਾਰ ਚੰਦ ਜੀ ਇਸ ਤੋਂ ਅੱਗੇ ਹੋਰ ਭਗਵਾਨ ਵਾਲਮੀਕ ਜੀ ਕੀ ਉਪਦੇਸ਼ ਕਰਦੇ ਹਨ? ਹਾਂਜੀ, ਗੁਰੂ ਪਿਆਰੀ ਸਾਧ ਸੰਗਤ ਜੀ, ਭਗਵਾਨ ਵਾਲਮੀਕ ਜੀ ਮਹਾਰਾਜ ਆਪਣੀ ਪਵਿੱਤਰ ਬਾਣੀ ਦੇ ਵਿੱਚ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਇਨਸਾਨ ਨੂੰ, ਮਨੁੱਖ ਨੂੰ ਇਸ ਸਰੀਰ ਦਾ ਅਭਿਮਾਨ ਜੋ ਹੈ ਤਿਆਗ ਦੇਣਾ ਚਾਹੀਦਾ ਹੈ। ਭਗਵਾਨ ਵਾਲਮੀਕ ਜੀ ਲਿਖਦੇ ਹਨ ਕਿ ਜਿਸ ਪੁਰਸ਼ ਨੇ ਸਰੀਰ ਦਾ ਅਭਿਮਾਨ ਤਿਆਗ ਦਿੱਤਾ ਹੈ, ਉਹ ਪਰਮ ਸੁਖੀ ਹੋ ਗਿਆ ਹੈ। ਜਿਨ੍ਹਾਂ ਨੇ ਇਸ ਸੰਸਾਰ ਵਿੱਚ ਆ ਕੇ ਸਰੀਰ ਦਾ ਅਭਿਮਾਨ ਕੀਤਾ ਹੈ, ਉਹ ਦੁੱਖ ਨੂੰ ਪ੍ਰਾਪਤ ਹੋਏ ਹਨ, ਕਿਉਂਕਿ ਜਿੰਨੇ ਵੀ ਦੁੱਖ ਹਨ ਸਭ ਸਰੀਰ ਦੇ ਸੰਯੋਗ ਨਾਲ ਹੁੰਦੇ ਹਨ। ਮਾਨ, ਅਪਮਾਨ, ਜਰਾ, ਮੌਤ, ਦੰਭ, ਭੁਲੇਖਾ, ਮੋਹ, ਸੋਗ ਆਦਿ ਸਾਰੇ ਵਿਕਾਰ ਦੇ ਸਰੀਰ ਦੇ ਸੰਯੋਗ ਕਰਕੇ ਹੁੰਦੇ ਹਨ। ਜਿਨ੍ਹਾਂ ਦੇ ਸਰੀਰ ਵਿੱਚ ਅਭਿਮਾਨ ਹੈ, ਉਹ ਲਾਂਤੀ ਮਨੁੱਖ ਹਨ। ਸਾਰੇ ਦੁੱਖ ਅਜਿਹੇ ਮਨੁੱਖਾਂ ਨੂੰ ਹੀ ਪ੍ਰਾਪਤ ਹੁੰਦੇ ਹਨ ਜਿਹੜੇ ਮਨੁੱਖ ਇਸ ਸਰੀਰ ਦਾ ਅਭਿਮਾਨ ਕਰਦੇ ਹਨ। ਭਗਵਾਨ ਵਾਲਮੀਕ ਜੀ ਅੱਗੇ ਚੱਲ ਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਜਿਵੇਂ ਸਮੁੰਦਰ ਵਿੱਚ ਨਦੀ ਪ੍ਰਵੇਸ਼ ਕਰਦੀ ਹੈ, ਤਿਵੇਂ ਹੀ ਦੇਹ ਅਭਿਮਾਨੀਆਂ ਵਿੱਚ ਸਾਰੇ ਦੁੱਖ ਪ੍ਰਵੇਸ਼ ਕਰਦੇ ਹਨ। ਜਿਸ ਮਨੁੱਖ ਨੂੰ ਦੇਹ ਦਾ ਅਭਿਮਾਨ ਨਹੀਂ ਹੈ, ਉਹ ਸਾਰੇ ਮਨੁੱਖਾਂ ਵਿੱਚੋਂ ਉੱਤਮ ਮਨੁੱਖ ਹੈ ਤੇ ਸ਼ਲਾਘਾ ਕਰਨ ਦੇ ਯੋਗ ਹੈ। ਐਸੇ ਸ੍ਰੇਸ਼ਟ ਪੁਰਸ਼ ਨੂੰ ਭਗਵਾਨ ਵਾਲਮੀਕ ਜੀ ਖੁਦ ਆਪ ਵੀ ਨਮਸਕਾਰ ਕਰਦੇ ਹਨ, ਕਿਉਂਕਿ ਸਭ ਸੰਪਦਾ ਵੀ ਉਸ ਨੂੰ ਹੀ ਪ੍ਰਾਪਤ ਹੁੰਦੀ ਹੈ। ਜਿਵੇਂ ਮਾਨ ਸਰੋਵਰ ਉੱਤੇ ਸਭ ਹੰਸ ਆ ਕੇ ਰਹਿੰਦੇ ਹਨ, ਤਿਵੇਂ ਹੀ ਅਭਿਮਾਨ ਰਹਿਤ ਪੁਰਸ਼ ਸਾਰੇ ਦੇ ਵਿੱਚ ਸਾਰੇ ਸੁੱਖ ਆ ਕੇ ਰਹਿਣ ਲੱਗਦੇ ਹਨ। ਜਿਸ ਪੁਰਸ਼ ਨੇ ਅਭਿਮਾਨੀ ਸਰੀਰ ਨੂੰ ਗਿਆਨ ਅਗਨੀ ਦੇ ਨਾਲ ਸਾੜਿਆ ਹੈ, ਉਸ ਦਾ ਪਰਮ ਅਰਥ ਸਿੱਧ ਹੋਇਆ ਹੈ। ਇਸ ਲਈ ਹਰ ਮਨੁੱਖ ਨੂੰ ਇਸ ਸਰੀਰ ਦਾ ਅਭਿਮਾਨ ਤਿਆਗ ਕੇ ਦੂਸਰਿਆਂ ਦਾ ਸਹਾਰਾ ਬਣਨਾ ਚਾਹੀਦਾ ਹੈ, ਤਾਂ ਹੀ ਉਹ ਪੁਰਸ਼ ਉੱਤਮ ਪੁਰਸ਼ ਕਹਾਉਣ ਦਾ ਹੱਕਦਾਰ ਬਣਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਭਗਵਾਨ ਵਾਲਮੀਕ ਜੀ ਨੇ ਸਰੀਰ ਦੇ ਅਭਿਮਾਨ ਬਾਰੇ ਸਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਬਹੁਤ ਸਾਰੇ ਮਨੁੱਖ ਜੋ ਹਨ ਇਸ ਸਰੀਰ ਦਾ ਅਭਿਮਾਨ, ਤਕੜਾ ਸਰੀਰ ਹੋਣ ਦਾ ਅਭਿਮਾਨ ਕਰਦੇ ਹਨ ਤੇ ਦੂਜਿਆਂ ਨੂੰ ਦੁੱਖ ਦਿੰਦੇ ਹਨ ਤੇ ਅੰਤ ਵਿੱਚ ਉਹ ਆਪ ਵੀ ਦੁਖੀ ਹੁੰਦੇ ਹਨ। ਭਗਵਾਨ ਵਾਲਮੀਕ ਜੀ ਨੇ ਸਾਨੂੰ ਇਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇਕਰ ਸਾਡਾ ਸਰੀਰ ਤੰਦਰੁਸਤ ਹੈ ਤਾਂ ਸਾਨੂੰ ਦੂਜਿਆਂ ਦਾ ਸਹਾਰਾ ਬਣਨਾ ਚਾਹੀਦਾ ਹੈ ਤੇ ਮੇਲ ਮਿਲਾਪ ਦੇ ਨਾਲ ਇਸ
ਇਸ ਸੰਸਾਰ ਦੇ ਵਿੱਚ ਰਹਿਣਾ ਚਾਹੀਦਾ ਹੈ। ਭਗਵਾਨ ਵਾਲਮੀਕ ਜੀ ਕਹਿੰਦੇ ਹਨ ਕਿ ਆਪਣੇ ਪਰਛਾਵੇਂ ਵਿੱਚ ਬਾਲਕ ਭੂਤ ਦੀ ਕਲਪਨਾ ਕਰਦਾ ਹੈ ਤੇ ਉਸ ਤੋਂ ਡਰਦਾ ਹੈ। ਜਦੋਂ ਉਸ ਨੂੰ ਵਿਚਾਰ ਦੀ ਪ੍ਰਾਪਤੀ ਹੁੰਦੀ ਹੈ ਤਦੋਂ ਭੂਤ ਦਾ ਅਭਾਵ ਹੋ ਜਾਂਦਾ ਹੈ। ਤਿਵੇਂ ਹੀ ਅਗਿਆਨ ਕਰਕੇ ਸਰੀਰ ਦੇ ਅੰਦਰ ਹੰਕਾਰ ਰੂਪੀ ਪਿਸ਼ਾਚ ਭਾਵ ਭੂਤ ਵੀ ਸਰੀਰ ਵਿੱਚ ਦ੍ਰਿੜ ਆਸਥਾ ਬਣਾ ਲੈਂਦਾ ਹੈ। ਇਸ ਲਈ ਮਨੁੱਖ ਨੂੰ ਉਹ ਉਪਾਅ ਕਰਨਾ ਚਾਹੀਦਾ ਹੈ ਜਿਸ ਨਾਲ ਉਸ ਦੇ ਸਰੀਰ ਵਿੱਚੋਂ ਹੰਕਾਰ ਰੂਪੀ ਪਿਸ਼ਾਚ ਦਾ ਨਾਸ਼ ਹੋ ਜਾਵੇ ਤੇ ਆਸਥਾ ਰੂਪੀ ਫਾਂਸੀ ਟੁੱਟ ਜਾਵੇ। ਕਲਿਆਣ ਜੀ, ਇਸ ਹੰਕਾਰ ਰੂਪੀ ਪਿਸ਼ਾਚ ਅਤੇ ਆਸਥਾ ਰੂਪੀ ਫਾਂਸੀ ਬਾਰੇ ਸਮੂਹ ਸਾਧ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਓ। ਹਾਂਜੀ, ਗੁਰੂ ਪਿਆਰੀ ਸਾਧ ਸੰਗਤ ਜੀ, ਭਗਵਾਨ ਵਾਲਮੀਕ ਜੀ ਆਪਣੀ ਬਾਣੀ ਦੇ ਵਿੱਚ ਸਾਨੂੰ ਦੱਸਦੇ ਹਨ, ਜੋ ਇਹ ਸਵਾਲ ਸਾਡੇ ਸਾਹਮਣੇ ਰੱਖਿਆ ਹੈ ਕਿ ਪਹਿਲਾ ਅਗਿਆਨਤਾ ਦਾ ਕਰਕੇ ਹੰਕਾਰ ਰੂਪੀ ਪਿਸ਼ਾਚ ਦਾ ਸੰਯੋਗ ਹੋ ਜਾਂਦਾ ਹੈ। ਇਸ ਤੋਂ ਪਿੱਛੋਂ ਸਰੀਰ ਵਿੱਚ ਆਸਥਾ ਉਪਜਦੀ ਹੈ। ਜਿਵੇਂ ਬੀਜ ਤੋਂ ਪਹਿਲਾਂ ਅੰਕੁਰ ਉਪਜਦਾ ਹੈ, ਫਿਰ ਅੰਕੁਰ ਤੋਂ ਬਿਰਸ਼ ਹੁੰਦਾ ਹੈ, ਤਿਵੇਂ ਅਹੰਕਾਰ ਕਰਕੇ ਸਰੀਰ ਦੀ ਆਸਥਾ ਹੁੰਦੀ ਹੈ। ਵਾਲਮੀਕ ਜੀ ਉਦਾਹਰਣ ਦਿੰਦੇ ਹਨ ਕਿ ਜਿਵੇਂ ਬਾਲਕ ਛਾਂ ਵਿੱਚ ਬਿਤਾਲ ਵੇਖ ਕੇ ਦੁਖੀ ਹੁੰਦਾ ਹੈ, ਤਿਵੇਂ ਹੰਕਾਰ ਰੂਪੀ ਪਿਸ਼ਾਚ ਜੀਵਾਂ ਨੂੰ ਦੁਖੀ ਕਰਦਾ ਹੈ। ਉਹ ਅਹੰਕਾਰ ਰੂਪੀ ਪਿਸ਼ਾਚ ਬੇਸਮਝੀ ਕਰਕੇ ਪੈਦਾ ਹੋਇਆ ਹੈ। ਜਿਵੇਂ ਪ੍ਰਕਾਸ਼ ਹੋਣ ਨਾਲ ਹਨੇਰਾ ਨਾਸ਼ ਹੋ ਜਾਂਦਾ ਹੈ, ਤਿਵੇਂ ਵਿਚਾਰ ਕਰਕੇ ਅਹੰਕਾਰ ਨਾਸ਼ ਹੋ ਜਾਂਦਾ ਹੈ। ਜਿਸ ਸਰੀਰ ਵਿੱਚ ਆਸਥਾ ਰੱਖੀ ਹੈ ਉਹ ਜਲ ਦੇ ਪ੍ਰਵਾਹ ਤੇ ਨਿਆਈ ਹੈ, ਟਿਕਦਾ ਨਹੀਂ। ਜਿਵੇਂ ਬਿਜਲੀ ਦਾ ਚਮਕਣਾ ਸਥਿਰ ਨਹੀਂ ਤੇ ਗੰਧਰਵ ਨਗਰੀ ਦੀ ਆਸਥਾ ਵਿਅਰਥ ਹੈ, ਤਿਵੇਂ ਸਰੀਰ ਦੀ ਆਸਥਾ ਵਿਅਰਥ ਹੈ। ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ ਕਿ ਜਿਹੜੇ ਮਨੁੱਖ ਸਰੀਰ ਦੀ ਆਸਥਾ ਕਰਕੇ ਅਹੰਕਾਰ ਕਰਦੇ ਹਨ ਤੇ ਜਗਤ ਦੇ ਪਦਾਰਥਾਂ ਨੂੰ ਪ੍ਰਾਪਤ ਕਰਨ ਲਈ ਯਤਨ ਕਰਦੇ ਹਨ, ਉਹ ਮਹਾਮੂਰਖ ਹਨ। ਜਿਵੇਂ ਸੁਪਨਾ ਝੂਠਾ ਹੁੰਦਾ ਹੈ, ਤਿਵੇਂ ਇਹ ਸੰਸਾਰ ਝੂਠਾ ਹੈ। ਜਿਹੜਾ ਮਨੁੱਖ ਇਸ ਸੰਸਾਰ ਨੂੰ ਸੱਚਾ ਜਾਣਦਾ ਹੈ, ਉਹ ਆਪਣੇ ਬੰਧਨ ਦਾ ਯਤਨ ਕਰਦਾ ਹੈ। ਭਗਵਾਨ ਵਾਲਮੀਕ ਜੀ ਹੋਰ ਸਾਨੂੰ ਉਦਾਹਰਨਾਂ ਦੇ ਕੇ ਸਮਝਾਉਂਦੇ ਹਨ ਕਿ ਜਿਵੇਂ ਰੇਸ਼ਮ ਦਾ ਜੰਗਲੀ ਕੀੜਾ ਆਪਣੇ ਬੰਧਨ ਲਈ ਗੁਫਾ ਬਣਾਉਂਦਾ ਹੈ, ਤੇ ਜਿਵੇਂ ਪਤੰਗਾ ਆਪਣੇ ਨਾਸ ਲਈ ਦੀਵੇ ਦੀ ਇੱਛਾ ਕਰਦਾ ਹੈ, ਤਿਵੇਂ ਅਗਿਆਨੀ ਮਨੁੱਖ ਆਪਣੇ ਦੇਹ ਦਾ ਅਭਿਮਾਨ ਤੇ ਭੋਗਾਂ ਦੀ ਇੱਛਾ ਆਪਣੇ ਨਾਸ ਵਾਸਤੇ ਕਰਦਾ ਹੈ। ਫਿਰ ਇਸ ਸਰੀਰ ਨੂੰ ਕਿਉਂ ਅੰਗੀਕਾਰ ਕਰਨਾ? ਭਗਵਾਨ ਵਾਲਮੀਕ ਜੀ ਇਸ 'ਤੇ ਕੀ ਉਪਦੇਸ਼ ਕਰਦੇ ਹਨ ਕਿ ਸਾਨੂੰ ਇਹ ਸਰੀਰ ਅੰਗੀਕਾਰ ਕਰਨਾ ਚਾਹੀਦਾ ਹੈ ਕਿ ਨਹੀਂ? ਇਸ ਸਰੀਰ ਦਾ ਅਭਿਮਾਨ ਪਰਮ ਦੁੱਖ ਦੇਣ ਵਾਲਾ ਹੈ। ਜਿਸ ਮਨੁੱਖ ਦਾ ਦੇਹ ਅਭਿਮਾਨ ਨਹੀਂ ਰਿਹਾ, ਉਸ ਨੂੰ ਭੋਗਾਂ ਦੀ ਇੱਛਾ ਨਹੀਂ ਰਹੇਗੀ। ਇਸ ਲਈ ਜੀਵ ਨਿਰਾਸ਼ ਹਨ। ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ ਕਿ ਸਭ ਜੀਵਾਂ ਨੂੰ ਪਰਮ ਪਦ ਪ੍ਰਾਪਤ ਕਰਨ ਦੀ ਇੱਛਾ ਕਰਨੀ ਚਾਹੀਦੀ ਹੈ। ਜਿਸ ਦੇ ਪ੍ਰਾਪਤ ਹੋਇਆ ਫਿਰ ਸੰਸਾਰ ਸਮੁੰਦਰ ਵਿੱਚ ਗੋਤੇ ਖਾਣ ਤੋਂ ਬਚਿਆ ਜਾ ਸਕਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਭਗਵਾਨ ਵਾਲਮੀਕ ਜੀ ਨੇ ਸਾਨੂੰ ਇਸ ਸਰੀਰ ਦੇ ਬਾਰੇ ਉਪਦੇਸ਼ ਦਿੱਤਾ ਹੈ, ਉਹ ਸਿਰਫ ਸਾਨੂੰ ਇਹ ਸਮਝਾਉਣ ਲਈ ਦਿੱਤਾ ਹੈ ਕਿ ਦੇਖੋ, ਇਹ ਸਰੀਰ ਹੈ ਜੋ ਸਾਨੂੰ ਪਤਾ ਨਹੀਂ ਕਿੰਨੇ ਜਨਮਾਂ ਦੇ ਜਦੋਂ ਪੁੰਨ ਇਕੱਠੇ ਹੁੰਦੇ ਹਨ, ਫਿਰ ਉਸ ਦੀ ਪ੍ਰਾਪਤੀ ਹੁੰਦੀ ਹੈ।
ਪਰ ਅਸੀਂ ਇਹ ਇਨਸਾਨੀ ਜਨਮ ਪਾ ਕੇ, ਇਹ ਸਰੀਰ ਪਾ ਕੇ ਅਸੀਂ ਇਹ ਸਰੀਰ ਦੇ ਨਾਲ ਇਸ ਤਰ੍ਹਾਂ ਜੁੜ ਜਾਂਦੇ ਹਾਂ ਕਿ ਇਸ ਨੂੰ ਅਸੀਂ ਸਵਾਰਦੇ ਰਹਿੰਦੇ ਹਾਂ, ਇਸ ਨੂੰ ਦੇਖਦੇ ਰਹਿੰਦੇ ਹਾਂ, ਇਸ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਰਹਿੰਦੇ ਹਾਂ। ਪਰ ਦੇਖੋ ਇਸੇ ਸਰੀਰ ਦੇ ਵਿੱਚ ਜੋ ਭਗਵਾਨ ਵਾਲਮੀਕ ਜੀ ਦਾ ਇਸ਼ਾਰਾ ਹੈ ਕਿ ਇਸ ਦੇ ਵਿੱਚ ਪਰਮਾਤਮਾ ਨੇ ਆਪਣੀ ਅੰਸ਼, ਆਪਣਾ ਸਰੂਪ ਆਤਮਾ ਦੇ ਰੂਪ ਦੇ ਵਿੱਚ ਪਾਇਆ ਹੈ, ਜਿਸ ਵੱਲ ਅਸੀਂ ਦੇਖਦੇ ਨਹੀਂ, ਇਹ ਸਰੀਰ ਵੱਲ ਹੀ ਦੇਖਦੇ ਹਾਂ। ਇਸ ਕਰਕੇ ਅਸੀਂ ਇਹ ਸੰਸਾਰ ਤੋਂ ਬਚ ਨਹੀਂ ਸਕਦੇ। ਇਹ ਸਰੀਰ ਜੋ ਹੈ ਇਹ ਸੰਸਾਰ ਦੇ ਨਾਲ ਜੁੜਿਆ ਹੋਇਆ ਹੈ, ਔਰ ਸਾਡਾ ਮਨ ਇਹ ਦੋਨੋਂ ਸੰਸਾਰ ਤੇ ਸਰੀਰ ਦੇ ਨਾਲ ਜੁੜ ਕੇ ਸਾਨੂੰ ਉਸ ਪਰਮਾਤਮਾ ਤੋਂ ਦੂਰ ਕਰਦਾ ਹੈ, ਉਹ ਪਰਮਾਰਥ ਦੇ ਰਸਤੇ ਤੋਂ ਦੂਰ ਕਰਦਾ ਹੈ। ਸੋ ਇਹ ਸਰੀਰ ਸਾਨੂੰ ਮਿਲਿਆ ਹੈ, ਸਾਨੂੰ ਜੋ ਸਾਡੇ ਪੁੰਨ ਸੀ ਉਹਨਾਂ ਦਾ ਕਰਕੇ ਇਹ ਮਿਲਿਆ ਹੈ, ਤੇ ਸਾਨੂੰ ਇਸ ਜਨਮ ਦੇ ਵਿੱਚ ਸਰੀਰ ਪਾ ਕੇ ਸਾਨੂੰ ਆਪਣੀ ਆਤਮਾ ਵੱਲ ਝਾਤੀ ਮਾਰਨੀ ਚਾਹੀਦੀ ਹੈ ਜੋ ਸਰੀਰ ਦੇ ਵਿੱਚ ਹੈ, ਤੇ ਫਿਰ ਹੀ ਅਸੀਂ ਆਪਣਾ ਜਨਮ ਸਫਲ ਕਰ ਸਕਦੇ ਹਾਂ। ਸਿਰਫ ਸਰੀਰ ਨੂੰ ਦੇਖਣ ਦੇ ਨਾਲ ਅਸੀਂ ਇਸ ਸੰਸਾਰ ਸਮੁੰਦਰ ਨੂੰ ਪਾਰ ਨਹੀਂ ਕਰ ਸਕਦੇ। ਸੰਸਾਰ ਸਮੁੰਦਰ ਨੂੰ ਪਾਰ ਕਰਨਾ ਹੈ ਤਾਂ ਫਿਰ ਸਾਨੂੰ ਆਪਣੀ ਆਤਮਾ ਦੇ ਨਾਲ ਜੁੜਨਾ ਪਵੇਗਾ। ਔਰ ਇਹ ਜੋ ਕੀਰਤਗਣ ਸਰੀਰ ਜਿਸ ਦੇ ਬਾਰੇ ਭਗਵਾਨ ਵਾਲਮੀਕ ਜੀ ਨੇ ਸਾਨੂੰ ਬਾਰ-ਬਾਰ ਦੱਸਿਆ ਹੈ ਕਿ ਇਹ ਹਮੇਸ਼ਾ ਸਾਡੇ ਨਾਲ ਰਹਿਣ ਵਾਲਾ ਨਹੀਂ ਹੈ। ਆਤਮਾ ਦੇ ਨਾਲ ਜੁੜ ਕੇ ਹੀ ਅਸੀਂ ਆਪਣੇ ਆਪ ਨੂੰ ਉਸ ਪਰਮਾਤਮਾ ਦੇ ਨਾਲ ਜੋੜ ਸਕਦੇ ਹਾਂ, ਤਾਂ ਕਿ ਜਦੋਂ ਸਾਡਾ ਅੰਤ ਦਾ ਸਮਾਂ ਆਵੇਗਾ ਤੇ ਅਸੀਂ ਹਮੇਸ਼ਾ ਹਮੇਸ਼ਾ ਲਈ ਉਸ ਪਰਮਾਤਮਾ ਦੇ ਨਾਲ ਜੁੜ ਜਾਵਾਂਗੇ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਜੋ ਸਰੀਰ ਹੈ ਇਸ ਦੇ ਨਾਲ ਅਸੀਂ ਆਪਣੇ ਕੰਮ ਕਾਜ ਕਰਦੇ ਹਾਂ, ਪਰ ਜੇ ਆਤਮਾ ਇਸ ਵਿੱਚੋਂ ਨਿਕਲ ਜਾਂਦੀ ਹੈ ਤੇ ਇਹ ਸਰੀਰ ਬਿਲਕੁਲ ਮਿੱਟੀ ਦੀ ਤਰ੍ਹਾਂ ਹੋ ਜਾਂਦਾ ਹੈ। ਇਸ ਕਰਕੇ ਇਹ ਸਰੀਰ ਦੇ ਨਾਲ ਸਾਨੂੰ ਇੰਨਾ ਪਿਆਰ ਨਹੀਂ ਕਰਨਾ ਚਾਹੀਦਾ ਕਿ ਜੋ ਪਰਮਾਤਮਾ ਦਾ ਰੂਪ ਸਾਡੇ ਵਿੱਚ ਹੈ, ਆਤਮਾ ਦੇ ਰੂਪ ਦੇ ਵਿੱਚ, ਉਸ ਦੇ ਨਾਲ ਜੁੜਨਾ ਚਾਹੀਦਾ ਹੈ ਤਾਂ ਕਿ ਅਸੀਂ ਆਪਣਾ ਜਨਮ ਸਫਲ ਕਰ ਸਕੀਏ। ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕ महाराज की जय। जो बोले सो निरभय सतगुरु रविदास महाराज की जय। नाम
तेरी शरण दे बाजो जिंदगी में गवा रही है। वाल्मीकि जी ने दर ते आके उन्होंने